ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਕਲਯੁਗ ਦੇ ਸਮੇਂ ਦੇ ਅੰਦਰ ਦੇਵ ਪੂਜਾ ਦਾ ਕੀ ਅਰਥ ਹੈ, ਇਸ ਦੀ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਜਿਵੇਂ ਕਿ ਆਪ ਸੰਗਤਾਂ ਸਾਰੀਆਂ ਜਾਣਦੀਆਂ ਕਿ ਕੇਵਲ ਤੇ ਕੇਵਲ ਅਕਾਲ ਸ਼ਕਤੀ ਵਾਹਿਗੁਰੂ ਜੀ ਹੀ ਇਸ ਸਮੇਂ ਦੀ ਪਕੜ ਤੋਂ ਬਾਹਰ ਹੈ, ਕਿਉਂਕਿ ਸਮਾਂ ਜੋ ਕਾਲ ਹੈ ਪਰਮੇਸ਼ਰ ਨੇ ਆਪ ਰਚਿਆ ਹੈ, ਆਪ ਬਣਾਇਆ ਹੈ। ਇਹ ਪਰਮੇਸ਼ਰ ਦੀ ਆਪਣੀ ਕਿਰਤ ਹੈ। ਜਿਵੇਂ ਅਸੀਂ ਗੁਰਬਾਣੀ ਦੇ ਸ਼ਬਦਾਂ ਵਿੱਚੋਂ ਸਾਨੂੰ ਗਿਆਨ ਹੈ ਕਿ ਬਾਕੀ ਜਿੰਨੀ ਵੀ ਕਾਇਨਾਤ ਆ ਉਹ ਸਾਰੀ ਸਮੇਂ ਦੇ ਵਿੱਚ ਹੋਈ ਹੈ। ਜਿਵੇਂ ਗੁਰਮਤਿ ਦੇ ਬਚਨ ਵਾ ਕਿ ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸ਼ਾ। ਸੋ ਸਾਰੀ ਬ੍ਰਹਿਮੰਡ ਦੀ ਖੇਡ ਜਿਹੜੀ ਉਹ ਸਮੇਂ ਦੇ ਵਿੱਚ ਹੀ ਜਿਹੜੀ ਹੈ ਉਹ ਪ੍ਰਗਟ ਹੁੰਦੀ ਹੈ ਅਤੇ ਸਮੇਂ ਦੇ ਅੰਦਰ ਹੀ ਇਹ ਖਤਮ ਹੋ ਜਾਂਦੀ ਹੈ। ਸੋ ਇਸ ਸਮੇਂ ਨੂੰ ਵਾਹਿਗੁਰੂ ਜੀ ਨੇ 4 ਅੰਕੜੇ ਦੇ ਵਿੱਚ ਇੱਕ 4 ਯੁੱਗਾਂ ਦੀ ਚੌਂਕੜੀ ਬਣਾਈ ਹੈ। ਇਸ ਚੌਂਕੜੀ ਦੇ ਵਿੱਚ ਹਨ ਵੱਡੇ ਪੈਮਾਨੇ ਦੇ ਵਿੱਚ ਸਮੇਂ ਦੀ ਵੰਡ ਕਰ ਦਿੱਤੀ ਹੈ। ਸੋ ਇਹ ਯੁੱਗ ਹੈ, ਸਭ ਤੋਂ ਪਹਿਲਾਂ ਸਤਯੁਗ ਹੈ, ਫਿਰ ਉਸ ਤੋਂ ਬਾਅਦ ਤ੍ਰੇਤਾ, ਫਿਰ ਦੁਆਪਰ, ਫਿਰ ਕਲਯੁਗ ਹੈ। ਜਿਵੇਂ ਕਿ ਆਪ ਸੰਗਤਾਂ ਜਾਣਦੀਆਂ ਕਿ ਹਰੇਕ ਯੁੱਗ ਦਾ ਕਰਮ ਜਿਹੜਾ ਹੈ ਉਹ ਆਪੋ ਆਪਣੇ ਸਮੇਂ ਦੇ ਵਿੱਚ ਪ੍ਰਧਾਨ ਰਿਹਾ ਹੈ ਅਤੇ ਆਪੋ ਆਪਣੀ ਕਿਰਤ ਅਤੇ ਕਰਮ ਇਹ ਦੋਨੋਂ ਸਮੇਂ ਦੇ ਵਿੱਚ ਪ੍ਰਧਾਨ ਰਹੇ ਹੈ। ਜਿਵੇਂ ਗੁਰਬਾਣੀ ਦੇ ਸ਼ਬਦ ਵਾ ਕਿ ਸਤਯੁਗ ਸੱਤ, ਤ੍ਰੇਤਾ ਜਗੀ, ਦੁਆਪਰ ਪੂਜਾ 4, ਤਿੰਨੋਂ ਯੁੱਗ ਤੀਨੋਂ ਦ੍ਰਿੜੇ, ਕਲ ਕੇਵਲ ਨਾਮ ਆਧਾਰ। ਕਿ ਸਤਯੁਗ ਸੱਤ, ਕਿ ਸਤਯੁਗ ਦੇ ਅੰਦਰ ਜਿਹੜੀ ਸ਼ਾਸਤਰਾਂ ਵਿਧੀ ਦੇ ਅਨੁਸਾਰ ਕਿਸੇ ਨੂੰ ਦਾਨ ਕਰਨਾ, ਇਹ ਜਿਹੜੀ ਕਿਰਤ ਸੀਗੀ, ਇਹ ਕਰਮ ਇਹ ਪ੍ਰਧਾਨ ਰਿਹਾ ਹੈ। ਇਸੇ ਤਰ੍ਹਾਂ ਤ੍ਰੇਤਾ ਯੁੱਗ ਦੇ ਅੰਦਰ ਜਿਹੜੇ ਹੋਮ ਯੱਗ ਕਰਨੇ ਆ ਇਹ ਪ੍ਰਧਾਨ ਮੰਨੇ ਗਏ ਸੀ। ਫਿਰ ਜਦ ਦੁਆਪਰ ਯੁੱਗ ਆਇਆ, ਦੁਆਪਰ ਯੁੱਗ ਦੇ ਅੰਦਰ ਦੇਵੀ ਦੇਵਤਿਆਂ ਦੀ ਪੂਜਾ ਦੇ ਕਰਮ ਪ੍ਰਧਾਨ ਮੰਨੇ ਗਏ। ਪਰ ਹੁਣ ਕਲਯੁੱਗ ਦਾ ਜਿਹੜਾ ਸਮਾਂ ਹੈ ਨਾ, ਉਹਦੇ ਬਾਰੇ ਜੋ ਗੁਰਬਾਣੀ ਨੇ ਸਪਸ਼ਟ ਕੀਤਾ ਹੈ ਕਿ ਸਤਯੁਗ ਸੱਤ, ਤ੍ਰੇਤੇ ਜਗੀ, ਦੁਆਪਰ ਪੂਜਾ 4, ਤੀਨੋਂ ਯੁੱਗ ਤੀਨੋਂ ਦ੍ਰਿੜੇ। ਤਿੰਨੇ ਯੁੱਗਾਂ 'ਚ 3 ਚੀਜ਼ਾਂ ਕਰਮ ਪ੍ਰਧਾਨ ਰਹੇ, ਪਰ ਨਾਲ ਕਲਯੁੱਗ 'ਚ ਕਰ ਦਿੱਤਾ ਕਲ ਕੇਵਲ ਨਾਮ ਆਧਾਰ। ਕਿ ਕਲਯੁੱਗ ਦੇ ਅੰਦਰ ਕੇਵਲ ਤੇ ਕੇਵਲ ਨਾਮ ਦੀ ਪ੍ਰਧਾਨਤਾ ਰਹੇਗੀ, ਨਾਮ ਦਾ ਹੀ ਕਰਮ ਰਹੇਗਾ। ਇਸੇ ਕਰਕੇ ਨਾ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਸਾਡੇ ਤੱਕ ਜਿਹੜੀ ਹੈ ਇਹ ਜੋ ਗੁਰਬਾਣੀ ਦੇ ਖਿਆਲ ਵਾ ਜਾਂ ਜੋ ਗੁਰਬਾਣੀ ਦਾ ਭਾਵ ਹੈ ਉਹ ਸਾਡੇ ਤੱਕ ਪਹੁੰਚਾਇਆ ਹੈ। ਮਹਾਰਾਜ ਨੇ ਕਿਹਾ ਹੈ ਕਿ ਕਲਯੁਗ ਕੀ ਸੁਣ ਸਾਧਨਾ, ਕਿਰਤ ਕਰਮ ਕੀ ਚੱਲੇ ਨਾ ਕਾਈ, ਬਿਨਾ ਭਜਨ ਭਗਵਾਨ ਕੇ, ਭਾਉ ਭਗਤ ਬਿਨ ਠੌਰ ਨਾ ਕਾਈ। ਕਹਿੰਦੇ ਦੇਖੋ ਕਲਯੁਗ ਕੀ ਸੁਣ ਸਾਧਨਾ, ਕਹਿੰਦੇ ਕਲਯੁਗ ਦੀ ਸਾਧਨਾ ਸੁਣ ਲੈ। ਕਲਯੁਗ ਦੇ ਅੰਦਰ ਸਾਧਨਾ ਕੀ ਕਰਨੀ ਆ, ਕਿਰਤ ਕਰਮ ਕੀ ਚੱਲੇ ਨਾ ਕਾਈ। ਜਿਹੜੇ ਕਿਰਤ ਤੇ ਕਰਮ ਪਿਛਲੇ ਯੁੱਗਾਂ 'ਚ ਹੋਏ ਆ ਨਾ, ਉਹਨਾਂ ਦੀ ਰਤੀ ਮਾਤਰ ਵੀ ਇਸ ਯੁੱਗ ਦੇ ਵਿੱਚ ਕੋਈ ਵੀ ਜਿਹੜੀ ਮਾਨਤਾ ਜਾਂ ਫਲ ਆ ਤੈਨੂੰ ਪ੍ਰਾਪਤ ਨਹੀਂ ਹੋਊਗਾ। ਕਿਉਂ? ਬਿਨਾਂ ਭਜਨ ਭਗਵਾਨ ਕੇ, ਭਾਉ ਭਗਤ ਬਿਨ ਠੌਰ ਨਾ ਠਾਈ। ਕਿ ਬਿਨਾਂ ਵਾਹਿਗੁਰੂ ਦੀ ਭਜਨ ਭਗਤੀ ਤੋਂ ਬਿਨਾਂ ਇਸ ਇਨਸਾਨ ਨੂੰ ਇਸ ਬ੍ਰਹਿਮੰਡ ਦੇ ਅੰਦਰ ਕਿਤੇ ਵੀ ਕੋਈ ਢੋਈ ਨਹੀਂ ਮਿਲੂਗੀ। ਇਸੇ ਕਰਕੇ ਸਾਨੂੰ ਭਾਈ ਸਾਹਿਬ ਹੁਣਾਂ ਨੇ ਅੱਗੇ ਬੜਾ ਸੁੰਦਰ ਕਰਕੇ ਦੱਸਿਆ ਕਿ ਭਾਉ ਭਗਤ ਪ੍ਰਵਾਨ ਹੈ, ਹੋਮ ਜਗ ਤੇ ਪੁਰਬ ਕਮਾਈ। ਕਿ ਇੱਥੇ ਪ੍ਰੇਮਾ ਭਗਤੀ ਜਿਹੜੀ ਆ ਕਲਯੁੱਗ ਦੇ ਅੰਦਰ ਪ੍ਰਵਾਨ ਹੈਗੀ ਆ, ਅਤੇ ਬਾਕੀ ਜਿਹੜੇ ਹੋਮ ਜਗ ਜਾਂ ਜੋ ਪਿਛਲੇ ਕਰਮਾਂ ਦੇ ਵਿੱਚ ਜੋ ਚੀਜ਼ ਪ੍ਰਧਾਨ ਰਹੀ ਆ ਉਹ ਪਿਛਲੇ ਯੁੱਗਾਂ ਦੇ ਵਿੱਚ ਜਿਹੜੀ ਸੀ ਉਹ ਮੰਨੀ ਗਈ। ਲੇਕਿਨ ਇਹ ਜਿਹੜਾ ਸਮਾਂ ਕਲਯੁੱਗ ਦਾ ਹੈਗਾ ਅਤੇ ਇਹਦੇ ਵਿੱਚ ਸਿਰਫ ਪ੍ਰੇਮਾ ਭਗਤੀ ਪ੍ਰਧਾਨ ਹੈ। ਅਤੇ ਉਹ ਵੀ ਕਿਵੇਂ? ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖੇ ਅੰਦਰ ਪਾਈ। ਕਹਿੰਦੇ ਪ੍ਰੇਮਾ ਭਗਤੀ ਕਰਦਿਆਂ ਵੀ ਆਪਣੇ ਆਪ ਨੂੰ ਬਹੁਤ ਨਿਮਰਤਾ ਵਿੱਚ ਰੱਖਣਾ, ਫਿਰ ਇਹ ਜਿਹੜੀ ਬੰਦਗੀ ਹੈ, ਇਬਾਦਤ ਹੈ, ਇਹ ਫਿਰ ਲੇਖੇ ਵਿੱਚ ਪੈਂਦੀ ਆ। ਅਤੇ ਇਸੇ ਕਰਕੇ ਸਾਨੂੰ ਅਖੀਰ ਪ੍ਰਮਾਣ ਇਹ ਕੱਢਿਆ ਹੈਗਾ ਭਾਈ ਸਾਹਿਬ ਹੁਣਾਂ ਨੇ ਵੀ ਕਲਯੁਗ ਨਾਮੇ ਕੀ ਵਡਿਆਈ। ਕਲਯੁਗ ਦੇ ਅੰਦਰ ਕੇਵਲ ਤੇ ਕੇਵਲ ਨਾਮ ਦੀ ਵਡਿਆਈ ਹੈ, ਨਾਮ ਦੀ ਸੋਭਾ, ਨਾਮ ਹੀ ਪ੍ਰਧਾਨ ਵਾ। ਪਰ ਦੇਖੋ ਇਸ ਸੰਸਾਰ ਦੀ ਰੀਤ ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਹੁਣਾਂ ਨੇ ਸਾਨੂੰ ਦੱਸੀ ਆ, ਦੇਖੋ ਕਿੰਨੀ ਵਿਪਰੀਤ ਵਾ। ਜਿਵੇਂ ਦੇਖੋ ਇੱਕ ਲੋਭੀ ਮਨੁੱਖ ਵਾ, ਉਸ ਲੋਭੀ ਮਨੁੱਖ ਦੀ ਜਿਹੜੀ ਤੁਲਨਾ ਹੈ ਨਾ, ਕਹਿੰਦੇ ਉਹ ਮੱਛੀ ਦੇ ਨਾਲ ਕੀਤੀ ਆ ਭਾਈ ਸਾਹਿਬ ਹੁਣਾਂ ਨੇ। ਹੁਣ ਦੇਖੋ ਮੱਛੀ ਕੀ ਹੈ, ਮੱਛੀ ਦਾ ਜਿਹੜਾ ਮੇਨ ਸੁਭਾਅ ਕੀ ਹੈ, ਉਹਨੂੰ ਹੈ ਜੀਵ ਦਾ ਚਸਕਾ, ਉਹਦੇ ਅੰਦਰ ਹੈ ਨਾ ਲੋਭ ਹੈ ਭੋਗਾਂ ਦਾ।
ਇਸੇ ਤਰ੍ਹਾਂ ਇਨਸਾਨ ਜਿਹੜਾ ਹੈ ਨਾ ਉਹ ਵੀ ਭੋਗਾਂ ਦਾ ਲਾਲਸੀ ਆ। ਉਹਦੇ ਅੰਦਰ ਵੀ ਭੋਗਾਂ ਦੀ ਖਿੱਚ ਜਿਹੜੀ ਸੰਸਾਰੀ ਰਸ ਕਸਵਾ ਇਹਨਾਂ ਦੀ 24 ਘੰਟੇ ਅੱਠੇ ਪੈਰ ਹੀ ਬਣੀ ਰਹਿੰਦੀ ਆ। ਅਤੇ ਪਰ ਇਹਦੇ ਨਾਲ ਉਹਦੀ ਜਿਹੜੀ ਪ੍ਰੀਤ ਹੈ ਉਹ ਕਿਵੇਂ ਹੈ, ਜਿਵੇਂ ਮੱਛੀ ਦੀ ਜਿਹੜੀ ਜਲ ਦੇ ਨਾਲ ਪ੍ਰੀਤ ਵਾ, ਅਤੇ ਇਸ ਲੋਭੀ ਇਨਸਾਨ ਦੀ ਜਿਹੜੀ ਉਹ ਮਾਇਆ ਦੇ ਨਾਲ ਪ੍ਰੀਤ ਆ। ਪਰ ਜਿਵੇਂ ਸਾਨੂੰ ਭਾਈ ਸਾਹਿਬ ਨੇ ਦੱਸਿਆ ਕਿ ਜਿਹੜਾ ਜਲ ਹੈ ਇਹ ਇੱਕ ਤੱਤ ਆ। ਇਸ ਤੱਤ ਨੂੰ ਗੁਰ ਸ਼ਬਦ ਦਾ ਗਿਆਨ ਕੋਈ ਨਹੀਂ, ਪਰ ਇਹਦੀ ਪ੍ਰੀਤ ਜਿਹੜੀ ਹੈ ਜਲ ਤੱਤ ਦੀ ਉਹ ਹੈ ਮੱਛੀ ਦੇ ਅੰਦਰ। ਹੁਣ ਮੱਛੀ ਲੋਭੀ ਆ। ਹੁਣ ਭਾਈ ਸਾਹਿਬ ਕੀ ਕਹਿੰਦੇ ਆ, ਕਹਿੰਦੇ ਜਿਹੜਾ ਬੰਦਾ ਲੋਭੀ ਹੋਵੇ ਹੈ ਨਾ, ਬਸ ਸਮਝ ਲਓ ਲੋਭ ਦੇ ਉੱਤੇ 24 ਘੰਟੇ ਅੱਠੇ ਪੈਰ ਹੀ ਕਾਲ ਜਿਹੜਾ ਹੈ ਮੰਡਲਾਇਆ ਰਹਿੰਦਾ ਹੈ। ਜਦ ਉਹਦੇ ਅੰਦਰ ਅੱਠੇ ਪੈਰ 24 ਘੰਟੇ ਕਾਲ ਦਾ ਡਰ ਬਣਿਆ ਰਹਿੰਦਾ ਹੈਗਾ, ਫਿਰ ਇਹ ਜਲ ਚਾਹੇ ਉਹ ਸਮੁੰਦਰ ਦੀ ਨਿਆਈ ਹੋਵੇ, ਚਾਹੇ ਦਰਿਆ ਦੀ ਨਿਆਈ ਹੋਵੇ, ਚਾਹੇ ਕਿੱਡਾ ਵੀ ਵੱਡਾ ਵਿਸ਼ਾਲ ਰੂਪ ਧਾਰਨ ਕਰਦਾ ਫਿਰੇ ਅਤੇ ਉਸ ਜਲ ਦੇ ਅੰਦਰ ਮੱਛੀ ਰਹੇ, ਪਰ ਮੱਛੀ ਦਾ ਸੁਭਾਅ ਲੋਭੀ ਆ। ਅਗਰ ਉਹ ਮੱਛੀ ਸ਼ਿਕਾਰੀ ਦੀ ਕੁੰਡਲੀ ਦੇ ਵਿੱਚ ਫਸ ਗਈ, ਉਹਦੀ ਜੋ ਕੁੰਡੀ ਆ ਸ਼ਿਕਾਰੀ ਦੀ ਜਿਹਦੇ ਨਾਲ ਉਹਨੇ ਮਾਸ ਲਾਇਆ ਹੁੰਦਾ, ਤਾਂ ਫਿਰ ਕਹਿੰਦੇ ਕਿੱਡਾ ਵੀ ਸਮੁੰਦਰ ਗਹਿਰਾ ਹੋਵੇ, ਅਥਾਹ ਹੋਵੇ, ਉਹ ਮੱਛੀ ਦੀ ਮਦਦ ਨਹੀਂ ਕਰ ਸਕਦਾ। ਅਤੇ ਬਸ ਉਸ ਕੁੰਡੀ ਦੇ ਕਰਕੇ ਹੀ ਮੱਛੀ ਜਿਹੜੀ ਹੈ ਅਖੀਰ ਤੜਫ ਤੜਫ ਕੇ ਪਾਣੀ ਦੀ ਪ੍ਰੀਤ ਦੇ ਨਾਲ ਹੀ ਜਾਨ ਦਿੰਦੀ ਆ, ਪਰ ਪਾਣੀ ਨੂੰ ਜਲ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਤਰ੍ਹਾਂ ਜਾਣੀ ਇੱਕ ਮਨਮੁਖਾਂ ਦੀ ਪ੍ਰੀਤ ਦੱਸੀ ਆ ਭਾਈ ਸਾਹਿਬ ਉਹਨਾਂ ਨੇ ਕਿ ਜਿਹੜੇ ਮਨਮੁਖ ਲੋਕੀ ਹਨ, ਜਿਹੜੇ ਲੋਭੀ ਹੁੰਦੇ ਆ, ਚਾਹੇ ਉਹ ਕਿਸੇ ਵੀ ਵੱਡੇ ਤੋਂ ਵੱਡੇ ਧਰਮ ਦੇ ਵਿੱਚ ਚਲੇ ਜਾਣ, ਪਰ ਉਹ ਜਿਹੜਾ ਧਰਮ ਹੈ ਜਿਹਦੇ ਵਿੱਚ ਉਹ ਲੋਭੀ ਮਨੁੱਖ ਜਾਂਦਾ ਹੈਗਾ, ਲੇਕਿਨ ਉਹਦੀ ਜਿਹੜੀ ਸੁਰਤਵਾ ਹੈਗੀ ਆ ਉਹ ਉਹਦੇ ਲੋਭ ਦੇ ਵਿੱਚ ਅਟਕੀ ਰਹਿੰਦੀ ਆ। ਸੋ ਇਹ ਜਿਹੜੇ ਧਰਮਾਂ ਦੇ ਵੱਡੇ ਤੋਂ ਵੱਡੇ ਅਡੰਬਰ ਕਰਨ ਵਾਲੇ ਗੁਰੂ ਡੰਬ ਹੁੰਦੇ ਆ, ਉਹਦੇ ਵਿੱਚ ਜਿਹੜਾ ਫਸਿਆ ਮਨੁੱਖ ਆ, ਜਦ ਉਹ ਕਿਸੇ ਕਾਲ ਦੇ ਵਿੱਚ ਫਸਦਾ ਹੈ ਨਾ, ਫਿਰ ਉਹ ਵੱਡੇ ਵੱਡੇ ਜਿਹੜੇ ਅਡੰਬਰ ਵਾਲੇ ਵੱਡੇ ਵੱਡੇ ਗੁਰੂ ਜਨ ਧਰਮ ਚਲਾਉਣ ਵਾਲੇ ਲੋਕੀ ਆ, ਉਹਨਾਂ ਦੀ ਕਿਸੇ ਤਰ੍ਹਾਂ ਵੀ ਕੋਈ ਮਦਦ ਨਹੀਂ ਕਰ ਸਕਦੇ। ਸੋ ਇਹ ਭਾਵ ਇਹ ਹੈਗਾ ਕਿ ਜਿਹੜੇ ਇਹੋ ਜਿਹੇ ਲੋਭੀ ਆਦਮੀ ਹੁੰਦੇ ਆ, ਇਹ ਪੀੜ੍ਹੀ ਦਰ ਪੀੜ੍ਹੀ ਇਸ ਲੋਭ ਦੇ ਵਿੱਚ ਫਸੇ ਰਹਿੰਦੇ ਆ, ਪਰ ਫਿਰ ਵੀ ਇਹ ਕਹਿੰਦੇ ਆ ਕਿ ਸਾਡੀ ਪ੍ਰੀਤ ਜਿਹੜੀ ਹੈ ਨਾ ਉਹ ਜਲ ਦੇ ਨਾਲ ਹੀ ਹੈ, ਜਿਵੇਂ ਮੱਛੀ ਦੀ ਹੈ। ਇਸੇ ਤਰ੍ਹਾਂ ਇਹਨਾਂ ਦੀ ਪ੍ਰੀਤ ਵੀ ਜਿਹੜੇ ਹੈਗੇ ਉਹ ਨਕਲੀ ਅਡੰਬਰ ਗੁਰੂਆਂ 'ਤੇ ਟਿਕੀ ਰਹਿੰਦੀ ਆ। ਇਹ ਜਿਹੜੇ ਹੈ ਆਪਣੀ ਜਾਨ ਵੀ ਜਿਹੜੀ ਹੈ ਉਹ ਦੇ ਦਿੰਦੇ ਆ, ਪਰ ਜਲ ਨੂੰ ਜਿਵੇਂ ਮੱਛੀ ਦੀ ਜਾਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਇਸੇ ਤਰ੍ਹਾਂ ਇਹ ਜਿਹੜੇ ਗੁਰੂ ਡੰਬ ਵਾਲੇ ਪ੍ਰਚਾਰਕ ਹੁੰਦੇ ਆ, ਇਹਨਾਂ ਨੂੰ ਵੀ ਉਹਦੀ ਮੌਤ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਦੂਸਰਾ ਪ੍ਰਮਾਣ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਨੇ ਬੜੇ ਸੁੰਦਰ ਦਿੱਤਾ। ਕਹਿੰਦੇ ਦੇਖੋ, ਅਗਰ ਕੋਈ ਇਨਸਾਨ ਜਿਹੜਾ ਆਕਾਸ਼ ਤੋਂ ਥੱਲੇ ਡਿੱਗੇ, ਲੇਕਿਨ ਆਕਾਸ਼ ਤੋਂ ਡਿੱਗਦੇ ਸਮੇਂ ਅਗਰ ਉਹ ਸਿਆਣਪ ਆਪਣੀ ਚਿੱਤੋਂ ਕਰੇ ਕਿ ਅਗਰ ਮੈਂ ਇਹ ਜਿਹੜੇ ਆਕਾਸ਼ ਦੇ ਵਿੱਚ ਹਵਾ ਹੈਗੀ ਆ, ਇਸ ਹਵਾ ਨੂੰ ਫੜ ਕੇ ਜ਼ਮੀਨ 'ਤੇ ਡਿੱਗਣ ਤੋਂ ਜਾਂ ਡਰ ਤੋਂ ਜਾਂ ਜ਼ਮੀਨ ਦੀਆਂ ਚੋਟਾਂ ਤੋਂ ਜਾਂ ਮੌਤ ਤੋਂ ਬਚ ਸਕਦਾ, ਅਗਰ ਉਹ ਹਵਾ ਦਾ ਆਸਰਾ ਲਵੇ। ਪਰ ਕਹਿੰਦੇ ਦੇਖੋ, ਹਵਾ ਦਾ ਅਗਰ ਆਸਰਾ ਲੈਣਾ ਚਾਹੇ, ਉਹਨੂੰ ਜੱਫਾ ਮਾਰਨਾ ਚਾਹੇ, ਅਤੇ ਕਹਿੰਦੇ ਫਿਰ ਉਹਨੂੰ ਡਿੱਗਣੋਂ ਕੋਈ ਨਹੀਂ ਬਚਾ ਸਕਦਾ। ਪਹਿਲਾਂ ਤਾਂ ਇਹ ਉਹਨਾਂ ਪ੍ਰਮਾਣ ਜਿਹੜਾ ਭਾਈ ਸਾਹਿਬ ਉਹਨਾਂ ਨੇ ਦਿੱਤਾ। ਦੂਸਰਾ ਕੀ ਦਿੱਤਾ, ਕਹਿੰਦੇ ਅਗਰ ਜੰਗਲ ਨੂੰ ਅੱਗ ਲੱਗੀ ਹੋਵੇ, ਉਹਦੇ ਵਿੱਚ ਕੋਈ ਇਨਸਾਨ ਘਿਰ ਜਾਵੇ ਉਸ ਜੰਗਲ ਦੀ ਅੱਗ ਦੇ ਵਿੱਚ, ਅਤੇ ਫਿਰ ਕਹਿੰਦੇ ਅਗਰ ਉਹ ਧੂਏ ਨੂੰ ਆਪਣਾ ਸਹਾਰਾ ਬਣਾਵੇ ਕਿ ਧੂਏ ਨੂੰ ਫੜ ਕੇ ਮੈਂ ਇਸ ਅੱਗ 'ਚੋਂ ਬਾਹਰ ਨਿਕਲ ਜਾਊਂਗਾ, ਕਹਿੰਦੇ ਇਹ ਕਿਵੇਂ ਹੋ ਸਕਦਾ ਹੈ। ਸੋ ਤੀਸਰਾ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ ਕਿ ਅਗਰ ਕੋਈ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਜੀਵ ਪ੍ਰਾਣੀ ਫਸ ਜਾਵੇ, ਅਗਰ ਸਮੁੰਦਰ ਦੀ ਝੱਗ ਨੂੰ ਆਪਣਾ ਸਹਾਰਾ ਬਣਾਵੇ ਕਿ ਝੱਗ ਦੇ ਸਵਾਰ ਹੋ ਕੇ ਇਹਨੂੰ ਬੇੜੀ ਬਣਾ ਕੇ ਅਤੇ ਮੈਂ ਸਮੁੰਦਰ ਤੋਂ ਬਚ ਨਿਕਲੂੰਗਾ, ਇਹ ਕਹਿੰਦੇ ਕਿਵੇਂ ਹੋ ਸਕਦਾ। ਸੋ ਇਸ ਤਰ੍ਹਾਂ ਹੈ ਨਾ, ਇੱਕ ਮਨੁੱਖ ਦੀ ਸਿਆਣਪ ਦੱਸੀ ਆ। ਉਹ ਮਨੁੱਖ ਜਿਹੜਾ ਲੋਭੀ ਆ, ਉਹ ਮਨੁੱਖ ਜਿਹੜਾ ਅਗਿਆਨੀ ਹੈਗਾ, ਜਦ ਉਹ ਆਪਣੀ ਇਹਨਾਂ ਸਿਆਣਪਾਂ ਦੇ ਵਿੱਚ ਤੁਰਦਾ ਹੈਗਾ, ਫਿਰ ਉਹਨੂੰ ਇਸ ਭਵ ਸਾਗਰ ਦੇ ਵਿੱਚੋਂ ਡੁੱਬਦੇ ਨੂੰ ਕੋਈ ਵੀ ਸਹਾਰਾ ਨਹੀਂ ਦੇ ਸਕਦਾ। ਉਹਦਾ ਫਿਰ ਲੋਕ ਵੀ ਚਲਾ ਜਾਂਦਾ ਅਤੇ ਪਰਲੋਕ ਵੀ ਚਲਾ ਜਾਂਦਾ। ਤੀਸਰਾ ਕੀ ਹੁੰਦਾ ਹੈ ਕਿ ਭਾਈ ਸਾਹਿਬ ਉਹਨਾਂ ਨੇ ਬੜਾ ਸੁੰਦਰ ਦਿੱਤਾ ਕਿ ਦੇਖੋ, ਜਿਵੇਂ ਅੱਤ ਦੀ ਗਰਮੀ ਹੋਵੇ। ਹੁਣ ਗਰਮੀ ਬੜੇ ਅੱਤ ਦੀ ਆ, ਲੇਕਿਨ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਅਗਰ ਕੋਈ ਇਨਸਾਨ ਕਹੇ ਕਿ ਮੈਂ ਇਸ ਅੱਤ ਦੀ ਗਰਮੀ ਦੇ ਵਿੱਚ ਖਾਣਾ ਤਿਆਰ ਕਰ ਲਵਾਂ, ਭੋਜਨ ਤਿਆਰ ਕਰ ਲਵਾਂ, ਕਹਿੰਦੇ ਹੋ ਸਕਦਾ ਨਹੀਂ ਹੋ ਸਕਦਾ, ਕਿਉਂਕਿ ਉਹਨੂੰ ਖਾਣਾ ਤਿਆਰ ਕਰਨ ਵਾਸਤੇ, ਭੋਜਨ ਬਣਾਉਣ ਵਾਸਤੇ, ਰੋਟੀ ਬਣਾਉਣ ਵਾਸਤੇ ਅਗਨੀ ਦੀ ਲੋੜ ਪੈਂਦੀ ਆ। ਅੱਤ ਦੀ ਗਰਮੀ ਹੋਣ ਦੇ ਬਾਵਜੂਦ ਦੀ ਅੱਤ ਦੀ ਗਰਮੀ ਉਹਦਾ ਭੋਜਨ ਬਣਾਉਣ ਵਿੱਚ ਕੋਈ ਸਹਾਇਤਾ ਨਹੀਂ ਕਰ ਸਕਦੀ।
ਇਸੇ ਤਰ੍ਹਾਂ ਇਹ ਜਿਹੜਾ ਮਨੁੱਖ ਹੈਗਾ ਜਦੋਂ ਕੱਚੀ ਬਾਣੀ ਨਾਲ ਜਾਂ ਕੱਚੇ ਗੁਰੂਆਂ ਦੇ ਨਾਲ ਜੁੜਦਾ ਨਾ, ਫਿਰ ਕਹਿੰਦੇ ਉਹਦੇ ਜੀਵਨ ਦਾ ਸਹਾਰਾ ਜਿਹੜਾ ਹੈਗਾ ਉਹ ਇਸ ਤਰ੍ਹਾਂ ਜਿਹੜਾ ਹੈਗਾ ਉਹ ਨਹੀਂ ਬਣ ਸਕਦਾ ਜਿਵੇਂ ਅੱਤ ਦੀ ਗਰਮੀ ਨਾਲ ਭੋਜਨ ਨਹੀਂ ਬਣਦਾ। ਸੋ ਦੂਸਰਾ ਪ੍ਰਮਾਣ ਭਾਈ ਸਾਹਿਬ ਹੁਣੇ ਦੱਸਦਾ ਕਿ ਜਿਵੇਂ ਜਦੋਂ ਤਰੇੜ ਪੈਂਦੀ ਆ, ਜਦ ਤਰੇੜ ਪੈਂਦੀ ਹੈ, ਇਹ ਜਿਹੜੀ ਤਰੇੜ ਵਾ ਜੜ ਅਤੇ ਚੇਤਨ ਇਹ ਦੋਨਾਂ ਵਸਤੂਆਂ ਨੂੰ ਨਿੰਮ ਕਰ ਦਿੰਦੀ ਆ। ਹਲਕਾ ਹਲਕਾ ਪਾਣੀ ਜਿਹੜਾ ਹੈ ਨਾ ਦੋਨਾਂ ਦੇ ਉੱਤੇ ਜਿਹੜਾ ਹੈਗਾ ਉਹ ਬੂੰਦਾਂ ਦੀ ਸ਼ਕਲ ਦੇ ਵਿੱਚ ਜਿਹੜਾ ਜੰਮ ਜਾਂਦਾ। ਪਰ ਅਗਰ ਕਹਿੰਦੇ ਕਿਸੇ ਨੂੰ ਪਿਆਸ ਲੱਗੀ ਹੋਵੇ, ਕੀ ਉਹ ਤਰੇਲ ਦਾ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਸਕਦਾ? ਕਹਿੰਦੇ ਕਦਾਚਿਤ ਨਹੀਂ ਹੈ, ਕਿਉਂਕਿ ਉਹਨੂੰ ਆਪਣੀ ਪਿਆਸ ਬੁਝਾਉਣ ਵਾਸਤੇ ਫਿਰ ਜਲ ਦੀ ਜ਼ਰੂਰਤ ਪੈਂਦੀ ਆ। ਇਸੇ ਤਰ੍ਹਾਂ ਇਹ ਜਿਹੜੇ ਜੋ ਗੁਰੂ ਅਡੰਬਰ ਵਾਲੇ ਹੁੰਦੇ ਆ, ਇਹ ਵੀ ਇੱਕ ਤਰੇਲ ਦੀ ਨਿਆਈ ਹੁੰਦੇ ਆ, ਜਿਹਦੇ ਵਿੱਚ ਜਿਹੜੇ ਇਹ ਫਸੇ ਇਨਸਾਨ ਹੁੰਦੇ ਆ, ਇਹਨਾਂ ਦੀ ਪਿਆਸ ਇਹ ਤਰੇਲ ਦੀਆਂ ਬੂੰਦਾਂ ਜਿਵੇਂ ਨਹੀਂ ਬੁਝਾ ਸਕਦੀਆਂ, ਇਸ ਤਰ੍ਹਾਂ ਜਿਹੜੀਆਂ ਨਹੀਂ ਬੁੱਝ ਸਕਦੀਆਂ। ਸੋ ਤੀਸਰਾ ਪ੍ਰਮਾਣ ਭਾਈ ਸਾਹਿਬ ਹੁਣਾਂ ਨੇ ਮੁੜ ਕੇ ਤਾਂ ਬੜਾ ਸੁੰਦਰ ਦਿੱਤਾ ਕਿ ਦੇਖੋ ਜਿਵੇਂ ਗਰਮੀ ਦੀ ਰੁੱਤ ਹੁੰਦੀ ਆ ਅਤੇ ਸਰੀਰ ਨੂੰ ਮੁੜਕਾ ਬੜਾ ਆਉਂਦਾ। ਜਦ ਮੁੜਕਾ ਗਰਮੀ ਦੇ ਨਾਲ ਸਰੀਰ ਪੂਰੀ ਤਰ੍ਹਾਂ ਭਿੱਜ ਜਾਂਦਾ, ਅਗਰ ਕੋਈ ਇਨਸਾਨ ਚਾਹੇ ਕਿ ਮੈਂ ਮੂੰਹ ਦੀਆਂ ਫੂਕਾਂ ਦੇ ਨਾਲ ਆਪਣੇ ਸਰੀਰ ਦੇ ਉੱਤੇ ਮੁੜਕੇ ਨੂੰ ਸੁਕਾ ਲਵਾਂ, ਕਹਿੰਦੇ ਇਹ ਨਹੀਂ ਹੋ ਸਕਦਾ। ਕਦੀ ਕੋਈ ਫੂਕਾਂ ਮਾਰ ਕੇ ਵੀ ਮੁੜਕਾ ਸੁੱਕਦਾ ਹੈਗਾ? ਕਹਿੰਦੇ ਉਹਦੇ ਵਾਸਤੇ ਜਿਹੜਾ ਹੈਗਾ ਉਹ ਪੱਖੇ ਦੀ ਲੋੜ ਪੈਂਦੀ ਆ, ਪਵਨ ਦੀ ਲੋੜ ਪੈਂਦੀ ਆ। ਪਵਨ ਜਿਹੜੀ ਹੈ ਉਹ ਪੱਖੇ ਦੇ ਰੂਪ ਵਿੱਚ ਹੋਵੇ, ਅਤੇ ਜਾਂ ਵੈਸੇ ਹੀ ਜਿਹੜੇ ਹੈਗੇ ਆ ਉਹ ਅੱਜ ਕੱਲ੍ਹ ਜਿੰਨੇ ਪੱਖੇ ਬਣੇ ਹੈ ਬਿਜਲੀ ਵਾਲੇ ਯੰਤਰ, ਇਹਨਾਂ ਤੋਂ ਬਗੈਰ ਮੁੜਕਾ ਨਹੀਂ ਸੁੱਕਦਾ ਹੈਗਾ। ਇਸੇ ਤਰ੍ਹਾਂ ਸਾਨੂੰ ਭਾਈ ਸਾਹਿਬ ਨੇ ਬੜਾ ਸੁੰਦਰ ਦੱਸਿਆ ਇਹ ਗੱਲ ਕਿ ਜਿਹੜੇ ਇਹੋ ਜਿਹੇ ਇਨਸਾਨ ਵਾ, ਅਗਰ ਉਹ ਇਸ ਤਰੀਕੇ ਦੇ ਨਾਲ, ਭਾਵ ਕੀ ਹੈ ਕਿ ਦੇਵੀ ਦੇਵਤਿਆਂ ਦੀ ਪੂਜਾ ਦੇ ਨਾਲ ਅਗਰ ਉਹ ਕਲਯੁੱਗ ਦੇ ਸਮੇਂ ਦੇ ਵਿੱਚ ਆਪਣਾ ਆਵਾਗੁਣ ਮਿਟਾਉਣ ਚਾਹੁਣ, ਕਹਿੰਦੇ ਉਹਨਾਂ ਦਾ ਜਿਹੜਾ ਜਨਮ ਮਰਨਾ ਕਦੀ ਮਿਟ ਨਹੀਂ ਸਕਦਾ। ਸੋ ਅਗਲਾ ਜਿਹੜਾ ਪ੍ਰਮਾਣ ਹੈ ਭਾਈ ਸਾਹਿਬ ਉਹਨਾਂ ਨੇ ਬੜਾ ਸੁੰਦਰ ਦਿੱਤਾ ਹੈਗਾ। ਉਹ ਕਹਿੰਦੇ ਆ ਦੇਖੋ ਇਹ ਜਿਹੜੀ ਹੈ ਨਾ ਗਿਆਨ ਦੀਆਂ ਗੱਲਾਂ ਹੈਗੀਆਂ, ਅਗਰ ਅਸੀਂ ਇਹਨਾਂ ਦੇਵ ਲੋਕਾਂ ਨੂੰ ਪੂਜਣ ਵਾਲੇ ਜਿੰਨੇ ਵੀ ਜਿਹੜੇ ਮਨੁੱਖ ਹੈ ਉਹਨਾਂ ਨੂੰ ਸਮਝਾਈਏ ਅਤੇ ਉਹਨਾਂ ਨੂੰ ਅਗਰ ਇਹ ਦੱਸੀਏ ਕਿ ਜਿਵੇਂ ਕਲਰ ਜ਼ਮੀਨ ਹੋਵੇ, ਕਲਰ ਜ਼ਮੀਨ ਦੇ ਵਿੱਚ ਅਗਰ ਬੀਜ ਬੋਇਆ ਜਾਵੇ ਤਾਂ ਕਹਿੰਦੇ ਦੇਖੋ ਬੀਜ ਕਦੇ ਨਹੀਂ ਉੱਗਦਾ। ਹੁਣ ਕਲਰ ਭੂਮੀ ਵਿੱਚ ਬੀਜ ਨਹੀਂ ਉੱਗਦਾ ਹੈਗਾ। ਦੂਸਰਾ ਪ੍ਰਮਾਣ ਉਹਨੇ ਕੀ ਦਿੱਤਾ ਕਿ ਜਿਵੇਂ ਪਾਣੀ ਦੇ ਅਗਰ ਵਿੱਚ ਮਧਾਣੀ ਪਾ ਕੇ ਪਾਣੀ ਨੂੰ ਕੋਈ ਰਿੜਕਣਾ ਚਾਹੇ ਅਤੇ ਪਾਣੀ ਦੇ ਵਿੱਚੋਂ ਕਦੀ ਮੱਖਣ ਨਹੀਂ ਬਾਹਰ ਆ ਸਕਦਾ। ਤੀਸਰਾ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ ਕਿ ਜਿਵੇਂ ਭੂਤ ਪ੍ਰੇਤਾਂ ਦੀ ਦੁਨੀਆ ਦੇ ਅੰਦਰ ਅਗਰ ਤੁਸੀਂ ਭੂਤ ਪ੍ਰੇਤਾਂ ਨੂੰ ਵਸ ਕਰ ਲਈਏ ਅਤੇ ਫਿਰ ਕਹਿੰਦੇ ਤੁਹਾਡਾ ਲੋਕ ਅਤੇ ਪਰਲੋਕ ਨਹੀਂ ਸਬਰ ਸਕਦਾ, ਕਿਉਂ? ਉਲਟਾ ਸਹਿਮ ਅਤੇ ਡਰ ਬਣਿਆ ਰਹਿੰਦਾ ਹੈਗਾ। ਇਸੇ ਕਰਕੇ ਸਾਨੂੰ ਭਾਈ ਸਾਹਿਬ ਹੁਣਾਂ ਨੇ ਦੱਸਿਆ ਹੈਗਾ ਕਿ ਇਹ ਅਗਰ ਗਿਆਨ ਅਸੀਂ ਇਹਨਾਂ ਨੂੰ ਦੇਈਏ ਹੈ ਨਾ, ਫਿਰ ਵੀ ਇਹ ਜਿਹੜੇ ਦੇਵ ਲੋਕ ਨੂੰ ਪੂਜਣ ਵਾਲੇ ਜਿਹੜੇ ਪ੍ਰਾਣੀ ਹੁੰਦੇ ਆ ਉਹ ਇਸ ਤਰ੍ਹਾਂ ਹੁੰਦੇ ਆ ਜਿਵੇਂ ਕਿਸੇ ਮੂਰਖ ਨੂੰ ਸਮਝਾਉਣਾ ਹੋਵੇ। ਅਗਰ ਜਿਵੇਂ ਗੁਰਬਾਣੀ ਦੇ ਫਰਮਾਨ ਹੈ ਕਿ ਅਗਰ ਕਿਸੇ ਮੂਰਖ ਨੂੰ ਸਮਝਾਈਏ ਕਿ ਹੁਣ ਦਿਨ ਹੈ, ਉਹ ਉਲਟੀ ਸਮਝੇਗਾ। ਨਿਸ ਕਹੀਏ ਤਾਂ ਸਮਝੇ ਪੋਰਾ, ਕਹਿੰਦੇ ਅਗਰ ਦਿਨ ਕਹੀਏ ਤਾਂ ਕਹਿੰਦੇ ਉਹ ਰਾਤ ਸਮਝੇਗਾ, ਜੇ ਰਾਤ ਕਹੀ ਤਾਂ ਫਿਰ ਉਹ ਦਿਨ ਸਮਝਦਾ ਹੈਗਾ। ਜਿਵੇਂ ਉਹਨਾਂ ਨੇ ਪ੍ਰਮਾਣ ਦਿੱਤੇ ਆ ਕਿ ਇਹੋ ਜਿਹੇ ਜਿਹੜੇ ਪ੍ਰਾਣੀ ਹੁੰਦੇ ਆ ਉਹਨਾਂ ਦੀ ਸੋਝੀ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਪੁਰਖ ਨਪੁੰਸਕ ਕੋਈ ਹੋਵੇ। ਨਪੁੰਸਕ ਪੁਰਖ ਜਿਹੜਾ ਹੈ ਨਾ ਕਦੀ ਕਹਿੰਦੇ ਉਹ ਕਾਮ ਰਸ ਦਾ ਆਨੰਦ ਜਿਹੜਾ ਹੈਗਾ ਉਹ ਮਾਣ ਨਹੀਂ ਸਕਦਾ। ਦੂਸਰਾ ਪ੍ਰਮਾਣ ਭਾਈ ਸਾਹਿਬ ਨੇ ਕੀ ਦਿੱਤਾ, ਕਹਿੰਦੇ ਇੱਕ ਵਾਜ ਇਸਤਰੀ ਹੋਵੇ, ਜਿਹੜੀ ਵਾਜ ਇਸਤਰੀ ਆ ਨਾ, ਇਹ ਵਾਜ ਇਸਤਰੀ ਕਦੀ ਵੀ ਆਪਣੇ ਪਰਿਵਾਰ ਨੂੰ ਸਨੇਹ ਨਹੀਂ ਦੇ ਸਕਦੀ, ਕਿਉਂਕਿ ਵਾਂਝ ਇਸਤਰੀ ਦਾ ਪਰਿਵਾਰ ਹੀ ਨਹੀਂ ਹੁੰਦਾ ਹੈਗਾ। ਉਹ ਬੱਚਾ ਜਿਹੜਾ ਹੈਗਾ ਉਹ ਵਾਂਝ ਇਸਤਰੀ ਦੇ ਕਦੀ ਜਨਮ ਨਹੀਂ ਲੈ ਸਕਦਾ। ਇਸ ਕਰਕੇ ਬੱਚੇ ਜਨਮ ਨਹੀਂ ਲੈਣਗੇ ਅਤੇ ਪਰਿਵਾਰ ਨੂੰ ਸਨੇਹ ਪਿਆਰ ਕਿਵੇਂ ਦੇਵੇਗੀ। ਤੀਸਰਾ ਪ੍ਰਮਾਣ ਭਾਈ ਸਾਹਿਬ ਨੇ ਬੇਸਵਾ ਦਾ ਦਿੱਤਾ ਕਿ ਅਗਰ ਕੋਈ ਬੇਸਵਾ ਹੋਵੇ, ਅਗਰ ਉਹਦੇ ਸੰਤਾਨ ਵੀ ਹੋ ਜਾਵੇ, ਪਰ ਉਹ ਸੰਤਾਨ ਨੂੰ ਇੱਜ਼ਤ ਮਾਣ ਗੋਤ ਉਹ ਬੇਸਵਾ ਜਿਹੜੀ ਉਹ ਕਦੀ ਦੇ ਨਹੀਂ ਸਕਦੀ। ਅਤੇ ਫਿਰ ਇਸੇ ਕਰਕੇ ਹੁਣ ਭਾਈ ਸਾਹਿਬ ਹੁਣਾਂ ਨੇ ਇੱਕ ਕੋਹੜੀ ਦਾ ਪ੍ਰਮਾਣ ਇਹਦੇ ਵਿੱਚ ਦਿੱਤਾ। ਉਹ ਕਹਿੰਦੇ ਵੀ ਜਿਵੇਂ ਹੈ ਨਾ ਕੋਈ ਕੋਹੜੀ ਹੋਵੇ ਜਿਹਦੇ ਅੰਦਰ ਪਾਕ ਬਲਦੀ ਹੋਵੇ, ਉਹਦਾ ਕਿੱਡਾ ਵੀ ਕੋਈ ਇਲਾਜ ਕਰਾ ਦੇਵੇ ਉਹਦਾ ਇਲਾਜ ਨਹੀਂ ਹੁੰਦਾ ਹੈ, ਕਿਉਂਕਿ ਪੱਕਾ ਰੋਗੀ ਆ। ਕਿਉਂਕਿ ਪੱਕਾ ਰੋਗੀ ਜਿਹੜਾ ਹੁੰਦਾ ਹਮੇਸ਼ਾ ਬਰਲਾਉਂਦਾ ਹੁੰਦਾ, ਅਤੇ ਪੱਕਾ ਰੋਗ ਜਿਹੜਾ ਹੈ ਨਾ ਕੋਹੜ ਨੂੰ ਕਹਿ ਦਿੰਦੇ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਭਾਈ ਸਾਹਿਬ ਹੁਣਾਂ ਨੇ ਇਹ ਪ੍ਰਮਾਣ ਦਿੱਤੇ ਆ ਕਿ ਇਹੋ ਜਿਹੇ ਮਨੁੱਖ ਜਿਹੜੇ ਦੇਵ ਪੂਜਾ ਦੇ ਵਿੱਚ ਯਕੀਨ ਰੱਖਦੇ ਆ, ਉਹਨਾਂ ਦੀ ਹਾਲਤ ਜਿਹੜੀ ਹੈ ਨਾ ਉਹ ਇਸੇ ਤਰ੍ਹਾਂ ਹੁੰਦੀ ਆ ਜਿਵੇਂ ਮੱਛੀ ਦੀ ਹੁੰਦੀ ਆ। ਦੂਸਰਾ ਉਹਨਾਂ ਨੇ ਕੀ ਦਿੱਤਾ ਕਿ ਜਿਵੇਂ ਕੋਈ ਸਿਆਣਪ ਕਰ ਲਵੇ,
ਉਹ ਸਿਆਣਪ ਦੇ ਵਿੱਚ ਵੀ ਅੱਗੇ ਨਹੀਂ ਉਤਰ ਸਕਦੇ। ਤੀਸਰਾ ਉਹਨੇ ਪ੍ਰਮਾਣ ਦਿੱਤਾ ਹੈਗਾ, ਉਹਨੇ ਦਿੱਤਾ ਹੈਗਾ ਕਿ ਅਗਰ ਉਹ ਜਿਹੜੇ ਇਨਸਾਨ ਹੈਗੇ ਉਹ ਅਨੇਕਾਂ ਯਤਨ ਕਰਨ, ਉਹਨਾਂ ਯਤਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਜੰਮਣ ਮਰਨ ਕਦੀ ਮਿਟ ਨਹੀਂ ਸਕਦਾ। ਅਤੇ ਚੌਥਾ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ ਹੈਗਾ ਕਿ ਜਿਵੇਂ ਉਹਨਾਂ ਨੂੰ ਕੋਈ ਗਿਆਨ, ਗੁਰੂ ਗਿਆਨ ਦੇਵੇ, ਸਮਝਾਉਣ ਦਾ ਯਤਨ ਕਰੇ, ਕਹਿੰਦੇ ਉਹ ਸਮਝ ਵੀ ਨਹੀਂ ਸਕਦੇ ਹੈ। ਸੋ ਇਸ ਤਰ੍ਹਾਂ ਇੱਕ ਜਿਹੜਾ ਹੈ ਨਾ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ ਗੁਰਸਿੱਖਾਂ ਵਾਸਤੇ। ਉਹ ਕੀ ਆ ਕਿ ਅਗਰ ਕੋਈ ਮਨੁੱਖ ਜਿਹੜਾ ਹੈ ਨਾ ਉਹ ਸਿੱਖੀ ਦੇ ਵਿੱਚ ਚਲ ਗਿਆ ਹੈਗਾ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜਿਆ ਹੈਗਾ, ਸਿੱਖੀ ਲੈ ਕੇ ਅਗਰ ਉਹਦੇ ਅੰਦਰ ਸਿੱਖੀ ਤੋਂ ਉਲਟ ਇਹ ਜਿਹੜੀ ਹੈ ਨਾ ਦੇਵ ਪੂਜਾ ਦੀ ਰੁਚੀ ਬਣ ਜਾਵੇ, ਅਗਰ ਉਹਦੇ ਅੰਦਰ ਦੇਵ ਪੂਜਾ ਦਾ ਜਾਂ ਲੋਭ ਦਾ ਜਿਹੜਾ ਹੈ ਨਾ ਕਿਸੇ ਤਰ੍ਹਾਂ ਅੰਦਰ ਪ੍ਰਬਲ ਹੋ ਗਿਆ, ਦੇਵ ਪੂਜਾ ਉਹਦੇ ਅੰਦਰ ਸ਼ੁਰੂ ਹੋ ਗਈ, ਸੋ ਫਿਰ ਕਹਿੰਦੇ ਇਹੋ ਜਿਹੜੇ ਮਨੁੱਖ ਹੁੰਦੇ ਹਨ, ਕਹਿੰਦੇ ਫਿਰ ਉਹਨਾਂ ਦਾ ਹਾਲਤ ਜਿਹੜੀ ਹੁੰਦੀ ਉਹ ਇਸ ਤਰ੍ਹਾਂ ਹੁੰਦੀ ਆ ਕਿ ਜਿਵੇਂ ਇੱਕ ਗਾਂ ਦਾ ਵੱਛਾ ਹੋਵੇ, ਅਗਰ ਉਹ ਗਾਂ ਦਾ ਵੱਛਾ ਆਪਣੀ ਗਾਂ ਨੂੰ ਛੱਡ ਕੇ ਕਿਸੇ ਹੋਰ ਗਾਂ ਨੂੰ ਚੁੰਗਣ ਦੀ ਕੋਸ਼ਿਸ਼ ਕਰੇ, ਉਹਦਾ ਦੁੱਧ ਚੁੰਗਣ ਦੀ ਕੋਸ਼ਿਸ਼ ਕਰੇ ਥਣਾਂ ਦੇ ਵਿੱਚੋਂ, ਕਹਿੰਦੇ ਫਿਰ ਗਾਂ ਤਾਂ ਜਿਹੜੀ ਆਪਣਾ ਦੁੱਧ ਚੁੰਗਣ ਨਹੀਂ ਦਿੰਦੀ ਬੇਗਾਨੇ ਵੱਛੇ ਨੂੰ, ਪਰ ਨਾਲ ਹੀ ਕਹਿੰਦੇ ਲੱਤਾਂ ਮਾਰ ਮਾਰ ਕੇ ਉਸ ਬੱਚੇ ਦਾ ਜਿਹੜਾ ਹੈ ਨਾ ਬੁਰਾ ਹਾਲ ਕਰ ਦਿੰਦੀ ਹੈ। ਸੋ ਇਹ ਜਿਹੜੀ ਹਾਲਤ ਹੈ ਇਹ ਵੀ ਉਸ ਗੁਰਸਿੱਖ ਦੀ ਹੈ ਜਿਹੜਾ ਗੁਰੂ ਘਰ ਨੂੰ ਛੱਡ ਕੇ ਦੇਵ ਪੂਜਾ ਵੱਲ ਜਿਹੜੀ ਹੈ ਰੁਚੀ ਇਹਦੀ ਬਣ ਜਾਂਦੀ ਹੈ। ਦੂਸਰਾ ਉਹਨਾਂ ਨੇ ਹੰਸ ਦਾ ਪ੍ਰਮਾਣ ਦਿੱਤਾ। ਭਾਈ ਸਾਹਿਬ ਕਹਿੰਦੇ ਵੀ ਜਿਵੇਂ ਹੰਸ ਵਾਹਨਾ ਉਹ ਮਾਨ ਸਰੋਵਰ 'ਤੇ ਰਹਿੰਦਾ ਹੈਗਾ, ਅਗਰ ਉਹ ਮਾਨ ਸਰੋਵਰ ਛੱਡ ਕੇ ਕਿਸੇ ਛੱਪੜ ਦੇ ਕੰਢੇ ਬੰਗਲਿਆਂ ਦੇ ਵਿੱਚ ਦੋਸਤੀ ਪਾ ਲਵੇ, ਫਿਰ ਕਹਿੰਦੇ ਉਹ ਸੁੱਚੇ ਮੋਤੀ ਵੀ ਖਾਣੇ ਜਾਊਗਾ ਅਤੇ ਉਲਟਾ ਆਪਣਾ ਜਿਹੜਾ ਜੀਵਨ ਹੈਗਾ ਉਹ ਵੀ ਖਤਰੇ 'ਚ ਪਾ ਲੂਗਾ। ਸੋ ਤੀਸਰਾ ਪ੍ਰਮਾਣ ਭਾਈ ਸਾਹਿਬ ਹੁਣਾਂ ਨੇ ਦਿੱਤਾ ਹੈਗਾ ਰਾਜ ਭਾਗ ਦਾ। ਉਹਨੇ ਕਿਹਾ ਜਿਹੜੀ ਗੁਰਸਿੱਖੀ ਆ ਨੇ ਰਾਜ ਦਾ ਭਾਗ ਹੈ, ਰਾਜ ਸਿੰਘਾਸਣ ਹੈ। ਅਗਰ ਕੋਈ ਆਪਣਾ ਰਾਜ ਸਿੰਘਾਸਣ ਛੱਡ ਕੇ ਕਿਸੇ ਹੋਰ ਰਾਜ ਦੀ ਤਲਾਸ਼ ਵਿੱਚ ਚੱਲ ਜਾਵੇ, ਫਿਰ ਕਹਿੰਦੇ ਕੀ ਆ, ਕਹਿੰਦੇ ਫਿਰ ਆਪਣੀ ਜਿਹੜੀ ਮਾਣ ਵਡਿਆਈ ਜੋ ਉਹਦੀ ਉਹ ਇਸ ਰਾਜ ਸਿੰਘਾਸਣ ਦੇ ਵਿੱਚ ਹੁੰਦੀ ਹੈ ਨਾ, ਕਹਿੰਦੇ ਬਾਹਰੋਂ ਉਹ ਨਹੀਂ ਮਿਲੂਗੀ। ਸੋ ਇਹ ਜਿਹੜੇ ਹੈ ਨਾ ਪ੍ਰਮਾਣ ਹੈ ਭਾਈ ਸਾਹਿਬ ਹੁਣੇ ਦਿੱਤੇ ਆ। ਅਖੀਰ ਵਿੱਚ ਉਹਨੇ ਇਹ ਗੱਲ ਜਿਹੜੀ ਸਾਨੂੰ ਤੱਕ ਸੁਨੇਹਾ ਪਹੁੰਚਾਇਆ ਕਿ ਅਗਰ ਕੋਈ ਗੁਰਸਿੱਖ ਜਿਹੜੇ ਹੈ ਨਾ ਇਸ ਤਰ੍ਹਾਂ ਦੇ ਹੋਣਗੇ, ਉਹਨਾਂ ਦੀ ਕਹਿੰਦੇ ਹਾਲਤ ਕੀ ਹੋਊਗੀ ਕਿ ਜਿਹੜੀ ਆਪਣੇ ਸੱਚ ਨੂੰ ਛੱਡ ਕੇ ਕਲਯੁਗ ਦੇ ਅੰਦਰ ਇਸ ਦੇਵ ਪੂਜਾ ਵੱਲ ਆਪਣੀ ਰੁਚੀ ਬਣਾਉਣਗੇ, ਅਤੇ ਕਹਿੰਦੇ ਫਿਰ ਕੀ ਹੋਊਗਾ, ਉਹਨਾਂ ਦਾ ਲੋਕ ਤਾਂ ਜਾਊਗਾ, ਕਿਉਂਕਿ ਉਹਨਾਂ ਦੇ ਜੀਵਨ ਦੇ ਉੱਤੇ ਭਾਈ ਸਾਹਿਬ ਹੁਣੇ ਕਿਹਾ ਕਿ ਧਿਰਕਾਰ ਹੈ, ਅਤੇ ਜਿੱਥੇ ਜੀਵਨ ਜਿਹੜਾ ਉਹਨਾਂ ਦਾ ਧ੍ਰਿਗ ਵਾ ਉੱਥੇ ਉਹਨਾਂ ਦਾ ਜਿੱਥੇ ਲੋਕ ਗਿਆ ਹੈ ਨਾ ਉੱਥੇ ਪਰਲੋਕ ਵੀ ਚਲੇ ਜਾਊਗਾ। ਕਿਉਂਕਿ ਭਾਈ ਸਾਹਿਬ ਹੁਣੇ ਬੜੇ ਸੁੰਦਰ ਕਿਹਾ ਕਿ ਹੋਏ ਗੁਰ ਸਿੱਖ ਆਣ ਦੇਵ ਸੇਬ ਟੇਬ ਗਹਿ, ਕਹਿੰਦੇ ਸਹਿ ਜਮ ਡੰਡ ਧ੍ਰਿਗ ਜੀਵਨ ਸੰਸਾਰ ਹੈ। ਇਹੋ ਜਿਹੇ ਲੋਕੀ ਫਿਰ ਪਰਲੋਕ ਦੇ ਵਿੱਚ ਮਰਨ ਦੇ ਟਾਈਮ ਜਮਾਂ ਦਾ ਡੰਡਾ ਆਪਣੇ ਸਿਰ 'ਤੇ ਸਹਿੰਦੇ ਆ, ਜਮਾਂ ਦੀਆਂ ਸਜ਼ਾਵਾਂ ਨਰਕਾਂ 'ਚ ਭੋਗਦੇ ਆ, ਅਤੇ ਫਿਰ ਕਹਿੰਦੇ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਤਰਕਾਰ ਰੂਪ ਹੋ ਜਾਂਦਾ। ਆਪਣੇ ਜੀਵਨ ਨੂੰ ਇਹੋ ਜਿਹੇ ਇਨਸਾਨ ਹੈ ਨਾ ਕਲੰਕ ਲਾ ਦਿੰਦੇ ਆ। ਸੋ ਕਹਿਣ ਤੋਂ ਭਾਈ ਸਾਹਿਬ ਹੁਣ ਦਾ ਇੰਨਾ ਹੀ ਆ ਕਿ ਇਹ ਜਿਹੜਾ ਕਲਯੁਗ ਹੈ, ਇਸ ਕਲਯੁਗ ਦੇ ਵਿੱਚ ਕੇਵਲ ਅਤੇ ਕੇਵਲ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ ਹੈ। ਸੋ ਇਹਦੇ ਵਿੱਚ ਹੈ ਨਾ ਨਾਮ ਪ੍ਰਧਾਨ ਹੈ, ਨਾਨਕੇ ਕਰ ਕੇਵਲ ਨਾਮ। ਸੋ ਜਿਨ੍ਹਾਂ ਨੇ ਨਾਮ ਧਿਆਇਆ ਹੈ ਨਾ, ਜਿੰਨੇ ਨਾਮ ਧਿਆਇਆ ਗਏ ਮੁਸ਼ੱਕਤ ਕਾਲ, ਉਹਨਾਂ ਨੇ ਇਹ ਜਿਹੜੀ ਮੁਸ਼ਕਲ ਕਾਲ ਸੀਗੀ ਜੀਵਨ ਦਾ ਜਿਹੜਾ ਵੱਡਾ ਸੰਘਰਸ਼ ਸੀਗਾ ਉਹਨਾਂ ਨੂੰ ਸਹਿਜ ਵਿੱਚ ਫਤਿਹ ਕਰ ਲਿਆ। ਸੋ ਜਦ ਸਹਿਜ ਵਿੱਚ ਸੰਘਰਸ਼ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਫਤਿਹ ਕਰ ਲਿਆ, ਕਿਵੇਂ ਕੀਤਾ, ਨਾਮ ਜਪ ਕੇ। ਜਦ ਨਾਮ ਜਪ ਕੇ ਸੰਘਰਸ਼ ਉਹਨੇ ਫਤਿਹ ਕਰ ਲਿਆ, ਜਿੰਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ, ਅਤੇ ਫਿਰ ਕਹਿੰਦੇ ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਇਸ ਲੋਕ ਵਿੱਚ ਵੀ ਮੁਖ ਉਜਲ ਹੋਇਆ ਅਤੇ ਉਸ ਪਰਲੋਕ ਦੇ ਵਿੱਚ, ਅਤੇ ਕੀਤੀ ਛੁੱਟੀ ਨਾਲ ਉਹਨਾਂ ਨੇ ਕੇਵਲ ਆਪਣਾ ਆਪ ਨਹੀਂ ਸਵਾਰਿਆ, ਆਪਣੇ ਆਪ ਨਹੀਂ ਛੁੱਟੇ, ਉਹਨਾਂ ਨੇ ਲੱਖਾਂ ਹੋਰ ਜਿੰਨੇ ਉਹਨਾਂ ਦੇ ਨਾਲ ਜੁੜ ਗਏ ਸੀ ਹੈ ਨਾ, ਉਹਨਾਂ ਨੂੰ ਵੀ ਇਸ ਸੰਸਾਰ ਸਾਗਰ ਦੇ ਵਿੱਚੋਂ ਪਾਰ ਕਰਾਤਾ। ਸੋ ਕਹਿਣ ਤੋਂ ਭਾਵ ਇਹ ਆ ਕਿ ਗੁਰੂ ਨਾਨਕ ਨਾਮ ਜਹਾਜ਼ ਹੈ, ਜਿਹੜਾ ਗੁਰੂ ਨਾਨਕ ਨਾਮ ਦੇ ਜਹਾਜ਼ ਰੂਪ ਸਵਾਰ ਹੋਵੇਗਾ, ਚੜ੍ਹੇ ਸੋ ਉਤਰੇ ਪਾਰ। ਜਿਹੜਾ ਚੜ੍ਹ ਜਾਊਗਾ ਉਹ ਪਾਰ ਹੋ ਜਾਊਗਾ, ਪਰ ਜਿਹੜਾ ਚੜ੍ਹਨ ਦਾ ਯਤਨ ਨਹੀਂ ਕਰੂਗਾ ਫਿਰ ਉਹ ਕਿਵੇਂ ਪਾਰ ਹੋ ਸਕਦਾ? ਫਿਰ ਤਾਂ ਉਹਦੀ ਬਦਕਿਸਮਤੀ ਹੈ ਕਿ ਉਹ ਇਸ ਜਹਾਜ਼ ਦੇ ਵਿੱਚ ਸਵਾਰ ਨਹੀਂ ਹੋ ਸਕਿਆ। ਸੋ ਇਹ ਜਿਹੜਾ ਇੱਕ ਮਨੁੱਖਾ ਜਨਮ ਅਨਮੋਲ ਮਿਲਿਆ, ਉਹਨੇ ਇਹ ਜਿਹੜਾ ਬੜਾ ਇੱਕ ਸੁੰਦਰ ਮੌਕਾ ਸੀਗਾ, ਜਿਹੜਾ ਪਤਾ ਨਹੀਂ ਬਹੁਤ ਮੁਸ਼ਕਲਾਂ ਘਾਲਾਂ ਦੇ ਬਾਅਦ ਇਸ ਮਨੁੱਖਾ ਦੇਹ ਵਿੱਚ ਪ੍ਰਾਪਤ ਹੋਇਆ ਸੀ, ਉਹ ਅਵਸਰ ਗਵਾ ਲਿਆ ਹੈਗਾ। ਸੋ ਜਦ ਉਹਨੇ ਇਹ ਅਵਸਰ ਗਵਾ ਲਿਆ ਹੈ ਅਤੇ ਜਿਹੜੀ ਚੀਜ਼ ਜਪਣੀ ਸੀ ਜਪੀ ਨੇ,
ਫਿਰ ਕੇਵਲ ਤੇ ਕੇਵਲ ਪਛਤਾਵਾ ਹੀ ਰਹਿ ਜਾਂਦਾ। ਇਸੇ ਕਰਕੇ ਸਾਨੂੰ ਬਾਣੀ ਨੇ ਕਿਹਾ ਹੈ ਕਿ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ੇ ਪਛਤਾਏਂਗੇ, ਪ੍ਰਾਨ ਜਾਏਂਗੇ ਛੂਟ। ਸੋ ਇੰਨੇ ਹੀ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।